ਹੈਲੋ, ਸਾਡੇ NPTEL ਆਨਲਾਈਨ ਪ੍ਰਮਾਣੀਕਰਨ ਕੋਰਸਾਂ ਵਿੱਚ ਇੰਜੀਨੀਅਰਿੰਗ ਡਰਾਇੰਗ ਅਤੇ ਕੰਪਿਊਟਰ ਗ੍ਰਾਫਿਕਸ ਤੇ ਤੁਹਾਡਾ ਸਵਾਗਤ ਹੈ। ਅਸੀਂ ਆਰਥੋਗ੍ਰਾਫਿਕ ਪ੍ਰੋਜੈਕਸ਼ਨ ਤੇ ਮੋਡਿਊਲ ਨੰਬਰ 3, ਲੈਕਚਰ ਨੰਬਰ 25 ਨੂੰ ਕਵਰ ਕਰ ਰਹੇ ਹਾਂ। ਪਿਛਲੀਆਂ ਕਲਾਸਾਂ ਵਿੱਚ, ਅਸੀਂ ਇਹਨਾਂ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਲੰਬਕਾਰੀ ਸਮਤਲ ਕੀ ਹੁੰਦਾ ਹੈ? ਲੇਟਵਾਂ ਸਮਤਲ ਕੀ ਹੁੰਦਾ ਹੈ? ਅਤੇ ਪ੍ਰੋਫਾਈਲ ਸਮਤਲ ਕੀ ਹੁੰਦਾ ਹੈ? ਅਤੇ ਪਹਿਲੇ ਕੁਆਡਰੈਂਟ ਵਿੱਚ ਇੱਕ ਵਸਤੂ ਕਿਵੇਂ ਪ੍ਰੋਜੈਕਸ਼ਨ ਦਿੰਦਾ ਹੈ? ਅਤੇ ਤੀਜੇ ਕੁਆਡਰੈਂਟ ਵਿੱਚ ਇੱਕ ਵਸਤੂ ਕਿਵੇਂ ਪ੍ਰੋਜੈਕਸ਼ਨ ਦਿੰਦਾ ਹੈ ਜਿਸਨੂੰ ਅਸੀਂ ਦੇਖਿਆ ਹੈ। ਉੱਥੇ ਅਸੀਂ ਵੱਖ-ਵੱਖ ਦ੍ਰਿਸ਼ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਜਿਵੇਂ ਕਿ ਲੰਬਕਾਰੀ ਪ੍ਰੋਜੈਕਸ਼ਨ, ਲੇਟਵਾਂ ਪਲੇਨ ਪ੍ਰੋਜੈਕਸ਼ਨ, ਅਤੇ ਨਾਲ ਹੀ ਬੇਲਨਾਕਾਰ ਵਸਤੂ। ਉਸ ਦੁਆਰਾ ਬਣਾਏ ਦ੍ਰਿਸ਼ਾਂ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਦੀ ਕਲਾਸ ਵਿੱਚ, ਅਸੀਂ ਕੁਝ ਹੋਰ ਵਸਤੂ ਨੂੰ ਦੇਖਦੇ ਹਾਂ, ਜਿਵੇਂ ਕਿ ਸਿਰਫ ਇੱਕ ਦ੍ਰਿਸ਼। ਜੇਕਰ ਇਹ ਦੱਸਿਆ ਗਿਆ ਹੈ ਕਿ ਇਹ ਕਿਵੇਂ ਦਿਖਦਾ ਹੈ, ਪਰ ਅਜਿਹਾ ਜਾਪਦਾ ਹੈ ਕਿ ਅਸੀਂ ਸਿਰਫ ਇੱਕ ਦ੍ਰਿਸ਼ ਦੇਖਣ ਜਾ ਰਹੇ ਹਾਂ ਕਿ ਇਹ ਕਿਵੇਂ ਦਿਖਾਈ ਦਿੰਦਾ ਹੈ। ਉਦਾਹਰਨ ਲਈ, ਇੱਕ ਬਹੁਤ ਹੀ ਸਮਤਲ, ਪਤਲਾ ਹਿੱਸਾ। ਜੇਕਰ ਕੋਈ ਮਕੈਨੀਕਲ ਕੰਪੋਨੈਂਟ ਇਸ ਕਿਸਮ ਦਾ ਹੋਵੇ ਕਿ ਇਹ ਕਿਵੇਂ ਦਿਖਾਈ ਦਿੰਦਾ ਹੈ। ਉਦਾਹਰਨ ਲਈ, ਆਮ ਗੈਸਕਿਟ, ਸ਼ੀਟ ਧਾਤਾਂ, ਅਤੇ ਹੋਰ ਚੀਜ਼ਾਂ ਇਸ ਸਮਤਲ ਪਤਲੇ ਹਿੱਸੇ ਦੇ ਆਕਾਰ ਦੇ ਹੇਠਾਂ ਆਉਂਦੀਆਂ ਹਨ। ਅਤੇ ਸਿਲੰਡਰ ਆਕਾਰ ਦੀਆਂ ਵਸਤੂਆਂ ਵੀ, ਸ਼ਾਇਦ ਜ਼ਰੂਰੀ ਭਾਗਾਂ ਦੀ ਲੰਬਾਈ ਅਤੇ ਵਿਆਸ ਤਾਂ ਕਿ ਇੱਕ ਦ੍ਰਿਸ਼ ਇਸ ਨੂੰ ਪਲਾਟ ਕਰਨ ਲਈ ਕਾਫੀ ਵਧੀਆ ਹੋਵੇ। ਆਓ ਅਸੀਂ ਇਸ ਗੈਸਕੇਟ ਵੱਲ ਵੇਖੀਏ ਜਿਸਦਾ ਧਾਤੂ ਭਾਗ ਮੋਟਾਈ ਦੇ ਲਿਹਾਜ਼ ਨਾਲ ਬਹੁਤ ਛੋਟਾ ਹੈ। ਇਹ ਮੋਟਾਈ ਬਹੁਤ ਘੱਟ ਹੈ। ਹਾਲਾਂਕਿ ਸਿਖਰ ਦੇ ਹਿੱਸੇ ਦੀ ਜਿਓਮੈਟਰੀ ਚੌੜੀ ਹੁੰਦੀ ਹੈ। ਇਸ ਵਿੱਚ ਇੱਕ ਗੋਲ ਮੋਰੀ ਹੈ। ਇੱਕ ਟੇਪਰਡ ਕੱਟ ਹੁੰਦਾ ਹੈ, ਜੋ ਪੱਧਰੇ ਕੋਨਿਆਂ ਵਿੱਚ ਗੋਲਾਕਾਰ ਹੁੰਦਾ ਹੈ। ਇੱਕ ਹੋਰ ਗੋਲ ਮੋਰੀ ਹੁੰਦੀ ਹੈ, ਜੋ ਇਸ ਨੂੰ ਵਾਸ਼ਰਾਂ ਦੀ ਵਰਤੋਂ ਕਰਦੇ ਹੋਏ ਬੋਲਟ ਉੱਤੇ ਫਿਕਸ ਕਰਦਾ ਹੈ। ਸਾਡੇ ਕੋਲ ਇਸ ਕਿਸਮ ਦਾ ਸਲਾਟ ਵੀ ਹੁੰਦਾ ਹੈ। ਇਸ ਲਈ ਸ਼ਾਇਦ ਇੱਕ ਬੋਲਟ ਪਾਇਆ ਜਾ ਸਕਦਾ ਹੈ ਅਤੇ ਕੱਸਿਆ ਜਾ ਸਕਦਾ ਹੈ। ਇਹ ਇਨਲੇਟ ਪਾਈਪਲਾਈਨ ਹੈ ਜਿਸ ਰਾਹੀਂ ਗੈਸ ਬਾਹਰ ਆ ਸਕਦੀ ਹੈ। ਅਤੇ ਇੱਥੇ ਵੀ ਸਾਡੇ ਕੋਲ ਇਸ ਨੂੰ ਥੋੜਾ ਫਿਕਸ ਕਰਨ ਲਈ ਇੱਕ ਵਾਸ਼ਰ ਹੋਵੇਗਾ, ਤਾਂ ਜੋ ਇਹਨਾਂ ਸਮੁੱਚੇ ਆਬਜੈਕਟ ਨੂੰ ਜਿਓਮੈਟਰੀ ਨਾਲ ਇਕਸਾਰ ਕਰਨ ਲਈ ਥੋੜਾ ਜਿਹਾ ਇੱਧਰ-ਉੱਧਰ ਖਿਸਕਾਇਆ ਜਾ ਸਕਦਾ ਹੈ। ਇਸ ਤਰ੍ਹਾਂ ਦੇ ਵਸਤੂ ਮਕੈਨੀਕਲ ਇੰਜੀਨੀਅਰਿੰਗ ਲਈ ਮੌਜੂਦ ਹਨ। ਇਸ ਲਈ ਆਓ ਅਸੀਂ ਇਸ ਗੈਸਕੇਟ ਦੇ ਵੱਖ-ਵੱਖ ਦ੍ਰਿਸ਼ਾਂ ਨੂੰ ਵੇਖੀਏ। ਉਦਾਹਰਨ ਲਈ, ਜੇਕਰ ਅਸੀਂ ਇਸ ਨੂੰ ਮੁੱਖ ਦ੍ਰਿਸ਼ ਵਜੋਂ ਚੁਣ ਰਹੇ ਹਾਂ, ਇਸ ਦਾ ਮਤਲਬ ਹੁੰਦਾ ਹੈ ਕਿ ਜੇਕਰ ਕੋਈ ਸਾਹਮਣੇ ਦਾ ਦ੍ਰਿਸ਼ ਹੁੰਦਾ ਹੈ, ਤਾਂ ਸਾਡੇ ਕੋਲ ਪਹਿਲੇ ਕੁਆਡਰੈਂਟ ਪ੍ਰੋਜੈਕਸ਼ਨ ਵਿੱਚ ਹੋਵੇਗਾ। ਸਾਹਮਣੇ ਦੇ ਦ੍ਰਿਸ਼ ਵਰਗੀ ਕੋਈ ਚੀਜ਼। ਉੱਥੇ ਕੋਈ ਸਿਖਰ ਦਾ ਦ੍ਰਿਸ਼ ਹੋਵੇਗਾ, ਅਤੇ ਇੱਕ ਪਾਸੇ ਦਾ ਦ੍ਰਿਸ਼ ਹੋਵੇਗਾ, ਸ਼ਾਇਦ ਖੱਬੇ ਪਾਸੇ ਤੋਂ। ਖੱਬੇ ਪਾਸੇ, ਜੇਕਰ ਤੁਸੀਂ ਸੱਜੇ ਪਾਸੇ ਦੇਖ ਰਹੇ ਹੋ ਤਾਂ ਸਾਡੇ ਕੋਲ ਇੱਥੇ ਇੱਕ ਦ੍ਰਿਸ਼ ਹੋਵੇਗਾ। ਜੇਕਰ ਇਹ ਸੱਜੇ ਪਾਸੇ ਤੋਂ ਖੱਬੇ ਪਾਸੇ ਵੱਲ ਹੈ ਤਾਂ ਉੱਥੇ ਸਾਡੇ ਕੋਲ ਇੱਕ ਦ੍ਰਿਸ਼ ਹੋਵੇਗਾ। ਜੇਕਰ ਅਸੀਂ ਗਲਾਸ ਬੌਕਸ ਵਿਧੀ ਦੀ ਵਰਤੋਂ ਕਰ ਰਹੇ ਹਾਂ, ਤਾਂ ਦ੍ਰਿਸ਼ ਸਾਹਮਣੇ ਦੇ ਦ੍ਰਿਸ਼ ਵਰਗਾ ਕੁਝ ਹੋਵੇਗਾ, ਅਤੇ ਸਿਖਰ ਦੇ ਦ੍ਰਿਸ਼ ਵਰਗਾ ਕੁਝ ਹੋਵੇਗਾ, ਅਤੇ ਇੱਕ ਪਾਸੇ ਦੇ ਦ੍ਰਿਸ਼ ਵਰਗਾ ਵੀ ਕੁਝ ਹੋਵੇਗਾ ਅਸੀਂ ਪ੍ਰਾਪਤ ਕਰਾਂਗੇ। ਤਾਂ ਆਓ ਅਸੀਂ ਗਲਾਸ ਬੌਕਸ ਵਿਧੀ ਦੀ ਵਰਤੋਂ ਕਰੀਏ। ਇਸ ਲਈ ਦਿਸ਼ਾ, ਸ਼ਾਇਦ ਇਹ ਸਾਹਮਣੇ ਦਾ ਦ੍ਰਿਸ਼ ਹੈ। ਜੇਕਰ ਅਸੀਂ ਦੇਖ ਰਹੇ ਹਾਂ ਕਿ ਇਹ ਪੂਰਾ ਗੋਲ ਕੋਨਾ ਅਤੇ ਤਿਰਛਾ ਅਤੇ ਦ੍ਰਿਸ਼ ਦਿਸ਼ਾ ਵਿੱਚ ਇਹ ਇੱਕ ਮੋਟਾਈ ਦੇ ਰੂਪ ਵਿੱਚ ਇੱਕ ਸਿੱਧੀ ਰੇਖਾ ਬਣਾਉਂਦਾ ਹੈ। ਸਾਡੇ ਕੋਲ ਉਸ ਸਿਖਰ ਦੇ ਦ੍ਰਿਸ਼ ਗਲਾਸ ਬੌਕਸ ਵਿਧੀ ਵਿੱਚ ਇਹ ਅਖੰਡ ਆਇਤਾਕਾਰ ਹਿੱਸਾ ਹੋਵੇਗਾ। ਸਾਡੇ ਕੋਲ ਇਹ ਆਬਜੈਕਟ ਹੋਵੇਗਾ, ਜੋ ਇਸ ਨਾਲ ਮੇਲ ਖਾਂਦੇ
ਚੱਕਰ ਹੋਣ ਨਾਲ ਇਸ ਤਰੀਕੇ ਰਾਹੀਂ ਜਾਂਦਾ ਹੈ। ਉਸ ਸਥਾਨ ਨਾਲ ਮੇਲ ਖਾਂਦਾ ਇੱਕ ਹੋਰ ਚੱਕਰ। ਅਤੇ ਕਿਉਂਕਿ ਇਹ ਉਹ ਮੋਰੀਆਂ ਹਨ, ਸਾਡੇ ਕੋਲ ਡੈਸ਼ ਛੋਟੀ ਕਿਸਮ ਦੀ ਲੰਬੀ ਡੈਸ਼ ਛੋਟੀ ਡੈਸ਼ ਲੰਬੀ ਡੈਸ਼ ਛੋਟੀ ਡੈਸ਼ ਲੰਬੀ ਡੈਸ਼ ਲੰਬੀ ਡੈਸ਼ ਛੋਟੀ ਡੈਸ਼ ਕਿਸਮ ਦੀ ਲਾਈਨ ਹੋਵੇਗੀ। ਇਸੇ ਤਰ੍ਹਾਂ ਇੱਥੇ ਕਿਉਂਕਿ ਇਹ ਇੱਕ ਅਰਧ ਵਿਆਸ ਬਣਾ ਰਿਹਾ ਹੈ, ਇਸ ਲਈ ਸਾਡੇ ਕੋਲ ਦੁਬਾਰਾ ਲੰਬੀ ਡੈਸ਼ ਛੋਟੀ ਡੈਸ਼ ਲੰਬੀ ਡੈਸ਼ ਛੋਟੀ ਡੈਸ਼ ਲਾਈਨ ਹੁੰਦੀ ਹੈ। ਹੁਣ ਗਲਾਸ ਬੌਕਸ ਵਿਧੀ ਤੇ ਦੂਜਾ ਦ੍ਰਿਸ਼। ਜੇਕਰ ਅਸੀਂ ਇਸ ਨੂੰ ਦੇਖ ਰਹੇ ਹਾਂ ਕਿ ਸਾਡੇ ਕੋਲ ਇਹ ਪੂਰਾ ਆਕਾਰ ਹੋਵੇਗਾ, ਆਓ ਅਸੀਂ ਹੋਰ ਰੰਗਾਂ ਦੀ ਵਰਤੋਂ ਕਰੀਏ, ਸ਼ਾਇਦ ਇਸ ਪੂਰੇ ਲਈ ਮੈਜੈਂਟਾ। ਇਸੇ ਤਰ੍ਹਾਂ ਇਹ ਪੂਰਾ ਇੱਕ ਕਰਵ। ਇਹ ਸਾਰਾ ਸਮਾਨ ਕੁਝ ਇਸ ਤਰ੍ਹਾਂ ਬਾਹਰ ਆਉਂਦਾ ਹੈ, ਜਿਵੇਂ ਇੱਕ ਸਲਾਟ, ਇੱਕ ਆਇਤਾਕਾਰ ਬਲੋਕ। ਅਸੀਂ ਇਸ ਗੈਪ ਤੇ ਦੇਖਾਂਗੇ ਜੋ ਵੀ ਸਾਡੇ ਕੋਲ ਹੈ। ਉੱਥੇ ਦੁਬਾਰਾ ਇਹ ਪ੍ਰੋਜੈਕਸ਼ਨ ਤਸਵੀਰ ਹਰੀ ਸਮੱਗਰੀ ਵਿੱਚ ਆਉਂਦੀ ਹੈ ਜੋ ਇਸ ਪੱਧਰ ਤੇ ਆਉਂਦਾ ਹੈ। ਅਤੇ ਇਹ ਛੇਕ ਅਸੀਂ ਇਸ ਨੂੰ ਨਹੀਂ ਦੇਖ ਸਕਦੇ ਹਾਂ, ਇਸ ਲਈ ਜਦੋਂ ਅਸੀਂ ਇਸ ਦਿਸ਼ਾ ਤੋਂ ਗੋਲਾਕਾਰ ਸਥਾਨ ਦੇ ਦ੍ਰਿਸ਼ ਨੂੰ ਵੇਖ ਰਹੇ ਹੁੰਦੇ ਹਾਂ ਜਿੱਥੇ ਇਹ ਸਾਡੇ ਕੋਲ ਹੈ, ਸਾਡੇ ਕੋਲ ਇਹ ਡੈਸ਼ ਲਾਈਨਾਂ ਹਨ। ਇਸੇ ਤਰ੍ਹਾਂ ਇਹ ਚੱਕਰ ਅਸੀਂ ਇਸ ਨੂੰ ਨਹੀਂ ਦੇਖ ਸਕਦੇ ਹਾਂ। ਜਦੋਂ ਇਸ ਪਾਸੇ ਦਾ ਦ੍ਰਿਸ਼, ਜੇਕਰ ਅਸੀਂ ਇਸ ਨੂੰ ਉੱਥੇ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਾਂ, ਤਾਂ ਵੀ ਸਾਡੇ ਕੋਲ ਇਹ ਡੈਸ਼ ਲਾਈਨਾਂ ਹੁੰਦੀਆਂ ਹਨ। ਇਹ ਬਲੋਕ ਵਿਧੀ, ਬੌਕਸ ਵਿਧੀ ਦੀ ਵਰਤੋਂ ਕਰਨ ਦਾ ਤਰੀਕਾ ਹੈ। ਅਸੀਂ ਸਾਹਮਣੇ ਦੇ ਦ੍ਰਿਸ਼, ਸਿਖਰ ਦੇ ਦ੍ਰਿਸ਼ ਅਤੇ ਪਾਸੇ ਦੇ ਦ੍ਰਿਸ਼ ਨੂੰ ਪ੍ਰਾਪਤ ਕਰਨ ਦੀ ਸਥਿਤੀ ਵਿੱਚ ਹੋਵਾਂਗੇ। ਇੱਕ ਗੱਲ ਸਾਨੂੰ ਹਮੇਸ਼ਾ ਸਾਡੇ ਪਾਸੇ ਦੇ ਦ੍ਰਿਸ਼ਾਂ ਨਾਲ ਜੁੜੇ ਸਾਹਮਣੇ ਦੇ ਦ੍ਰਿਸ਼ ਬਾਰੇ ਸਾਵਧਾਨ ਹੋਣਾ ਚਾਹੀਦਾ ਹੈ। ਜਾਂ ਤਾਂ ਇਸ ਪਾਸੇ ਤੇ ਸਿਖਰ ਦਾ ਦ੍ਰਿਸ਼, ਜਾਂ ਸ਼ਾਇਦ ਪਾਸੇ ਤੇ ਪ੍ਰੋਜੈਕਸ਼ਨ ਵਿਧੀ ਦੇ ਆਧਾਰ ਤੇ ਜੋ ਅਸੀਂ ਇਸ ਨੂੰ ਵਰਤਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਲਈ ਇਸ ਮਾਮਲੇ ਵਿੱਚ ਇਸ ਜਿਓਮੈਟਰੀ ਨੂੰ ਦੇਖ ਕੇ ਅਸੀਂ ਆਸਾਨੀ ਨਾਲ ਇਹ ਸਮਝ ਸਕਦੇ ਹਾਂ ਕਿ ਇਹ ਇਸ ਦੇ ਨਾਲ ਹੈ ਅਤੇ ਇਹ ਇਸ ਤਰ੍ਹਾਂ ਨਾਲ ਹੈ। ਇਸ ਦਾ ਮਤਲਬ ਹੈ ਕਿ ਇਹ ਸਾਹਮਣੇ ਦਾ ਦ੍ਰਿਸ਼ ਹੋਣਾ ਚਾਹੀਦਾ ਹੈ, ਇਹ ਪਾਸੇ ਦਾ ਦ੍ਰਿਸ਼ ਹੋਣਾ ਚਾਹੀਦਾ ਹੈ, ਅਤੇ ਇਹ ਉਸ ਵਿਧੀ ਦੇ ਆਧਾਰ ਤੇ ਸਿਖਰ ਦਾ ਦ੍ਰਿਸ਼ ਜਾਂ ਹੇਠਲਾ ਦ੍ਰਿਸ਼ ਹੋਣਾ ਚਾਹੀਦਾ ਹੈ ਜੋ ਅਸੀਂ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਉਹ ਦੂਜਾ ਦ੍ਰਿਸ਼ ਹੈ ਜੋ ਸਾਡੇ ਕੋਲ ਹੋਵੇਗਾ। ਅਤੇ ਅਸੀਂ ਪਹਿਲਾਂ ਹੀ ਉਸ ਸਾਹਮਣੇ ਵਾਲੇ ਦ੍ਰਿਸ਼ ਦੁਆਰਾ ਦਿੱਤੇ ਜਾਣ ਵਾਲੇ ਅਧਿਕਤਮ ਮਾਪਾਂ ਨੂੰ ਸਿੱਖ ਲਿਆ ਹੈ। ਜੇਕਰ ਇਹ ਸਿਰਫ ਬੇਲਣਾਕਾਰ ਕਿਸਮ ਦੇ ਆਬਜੈਕਟ ਹਨ, ਦ੍ਰਿਸ਼ ਅਸਲ ਵਿੱਚ ਕਿਵੇਂ ਦਿਖਾਈ ਦਿੰਦਾ ਹੈ। ਉਦਾਹਰਨ ਲਈ ਆਓ ਅਸੀਂ ਇਸ ਆਬਜੈਕਟ ਨੂੰ ਵੇਖੀਏ। ਸਾਡੇ ਕੋਲ ਇੱਥੇ ਇੱਕ ਸਿਲੰਡਰ ਹੈ। ਅਤੇ ਅਸੀਂ ਇਹ ਕਲਪਨਾ ਕਰਨਾ ਚਾਹਾਂਗੇ ਕਿ ਸਾਡੇ ਕੋਲ ਜੋ ਵੱਧ ਤੋਂ ਵੱਧ ਮਾਪ ਹਨ, ਉਸ ਸਿਲੰਡਰ ਦੀ ਲੰਬਾਈ ਹੈ। ਇਸ ਲਈ ਅਸੀਂ ਇਸ ਦਿਸ਼ਾ ਵਜੋਂ ਸਾਹਮਣੇ ਵਾਲੇ ਦ੍ਰਿਸ਼ ਨੂੰ ਚੁਣ ਸਕਦੇ ਹਾਂ। ਜੇਕਰ ਅਜਿਹਾ ਹੁੰਦਾ ਹੈ, ਤਾਂ ਸਾਡੇ ਕੋਲ ਇਹ ਇੱਕ ਹੋਵੇਗਾ। ਜੇਕਰ ਅਸੀਂ ਹੋਰ ਦ੍ਰਿਸ਼ਾਂ ਨੂੰ ਬਣਾਉਣਾ ਚਾਹੁੰਦੇ ਹਾਂ, ਤਾਂ ਸਭ ਤੋਂ ਆਸਾਨ ਤਰੀਕਾ ਹੈ ਸਾਹਮਣੇ ਵਾਲੇ ਦ੍ਰਿਸ਼ ਵਿੱਚੋਂ ਇੱਕ ਨੂੰ ਬਣਾਉਣਾ। ਆਓ ਅਸੀਂ ਕਰੀਏ। ਅਤੇ ਅਸੀਂ ਇਸ ਨੂੰ ਪਹਿਲੇ ਕੁਆਡਰੈਂਟ ਪ੍ਰੋਜੈਕਸ਼ਨ ਵਿੱਚ ਦੇਖਣਾ ਚਾਹਾਂਗੇ। ਜੇਕਰ ਅਜਿਹਾ ਹੁੰਦਾ ਹੈ ਤਾਂ ਸੱਜੇ ਪਾਸੇ ਤੋਂ ਖੱਬੇ ਪਾਸੇ ਨੂੰ ਦੇਖੀਏ ਤਾਂ ਇਸ ਪੂਰੇ ਗੋਲਾਕਾਰ ਫਾਰਮੈਟ ਨੂੰ ਜੋ ਵੀ ਅਸੀਂ ਪ੍ਰਾਪਤ ਕਰ ਰਹੇ ਹਾਂ, ਦੇਖੀਏ ਕਿ ਅਸੀਂ ਇਸ ਨੂੰ ਇਸ ਪਾਸੇ ਚੱਕਰ ਦੇ ਰੂਪ ਵਿੱਚ ਵੇਖਾਂਗੇ ਅਤੇ ਉੱਥੇ ਲੰਬੀਆਂ ਡੈਸ਼ ਛੋਟੀਆਂ ਡੈਸ਼ ਲਾਈਨਾਂ ਹੋਣਗੀਆਂ। ਅਤੇ ਇਹ ਇੱਕ ਸੱਜੇ ਪਾਸੇ ਦਾ ਦ੍ਰਿਸ਼ ਹੁੰਦਾ ਹੈ ਜਿਸ ਨੂੰ ਅਸੀਂ ਪਹਿਲੇ ਕੁਆਡਰੈਂਟ ਦੀ ਵਰਤੋਂ ਕਰਦਿਆਂ ਸੱਜੇ ਪਾਸੇ ਤੋਂ ਖੱਬੇ ਦੀ ਦਿਸ਼ਾ ਵੱਲ ਦੇਖ ਰਹੇ ਹਾਂ। ਜਦੋਂ ਅਸੀਂ ਇਸ ਕਿਸਮ ਦੇ ਦ੍ਰਿਸ਼ਾਂ ਨੂੰ ਦੇਖ ਰਹੇ ਹੁੰਦੇ ਹਾਂ,
ਜੇਕਰ ਅਸੀਂ ਪਹਿਲਾਂ ਹੀ ਇੰਨੇ ਵਿਆਸ ਵਾਲੇ ਸਿਲੰਡਰ ਨੂੰ ਜਾਣਦੇ ਹਾਂ, ਸਿਰਫ ਇੱਕ ਆਇਤਾਕਾਰ ਹਿੱਸੇ ਵਰਗਾ ਇੱਕ ਲੰਬਾ ਡੈਸ਼ ਛੋਟਾ ਡੈਸ਼ ਦਿਖਾਉਂਦੇ ਹੋਏ ਸਪਸ਼ਟ ਤੌਰ ਤੇ ਦਰਸਾਉਂਦਾ ਹੈ ਕਿ ਇਹ ਇੱਕ ਬੇਲਨਾਕਾਰ ਵਸਤੂ ਹੈ। ਸਾਨੂੰ ਅਸਲ ਵਿੱਚ ਇਹ ਦਰਸਾਉਣ ਲਈ ਉਸ ਦ੍ਰਿਸ਼ ਦੀ ਲੋੜ ਨਹੀਂ ਹੁੰਦੀ ਹੈ ਕਿਉਂਕਿ ਧੁਰਾ ਉਸ ਸੰਕੇਤ ਦਾ ਧਿਆਨ ਰੱਖੇਗਾ ਕਿ ਇਹ ਇੱਕ ਬੇਲਨਾਕਾਰ ਵਸਤੂ ਹੈ। ਇਸੇ ਤਰ੍ਹਾਂ, ਕਿਉਂਕਿ ਇਹ ਇੱਕ ਬੇਲਨਾਕਾਰ ਵਸਤੂ ਹੈ, ਦੂਜਾ ਦ੍ਰਿਸ਼ ਜੇਕਰ ਅਸੀਂ ਬਣਾ ਰਹੇ ਹਾਂ, ਜੇਕਰ ਇਹ ਸਾਹਮਣੇ ਦਾ ਇੱਕ ਦ੍ਰਿਸ਼ ਹੈ ਅਤੇ ਉੱਥੋਂ ਜੇਕਰ ਅਸੀਂ ਪਾਸੇ ਦਾ ਦ੍ਰਿਸ਼ ਬਣਾ ਰਹੇ ਹਾਂ, ਤਾਂ ਸਿਖਰ ਦਾ ਦ੍ਰਿਸ਼ ਬਣਾਉਣਾ ਜ਼ਰੂਰੀ ਨਹੀਂ ਹੈ ਕਿਉਂਕਿ ਇਹ ਉਸ ਹਿੱਸੇ ਦੇ ਅੰਦਰ ਉਹੀ ਆਇਤ ਬਣਾਉਣ ਜਾ ਰਿਹਾ ਹੈ। ਇਸ ਲਈ ਇਸ ਦੀ ਲੋੜ ਨਹੀਂ ਹੈ। ਆਓ ਅਸੀਂ ਇੱਕ ਹੋਰ ਉਦਾਹਰਨ ਵੱਲ ਵੇਖੀਏ। ਸਾਡੇ ਕੋਲ ਖਰਾਦ ਦੀ ਵਰਤੋਂ ਨਾਲ ਮੋੜਨ ਦੇ ਕੰਮ ਵਿੱਚ ਇਸ ਤਰ੍ਹਾਂ ਦੇ ਸਕੇਂਦਰੀ ਸਿਲੰਡਰਾਂ ਦੇ ਪੜਾਅ ਹਨ, ਜੋ ਇਸ ਤਰ੍ਹਾਂ ਦੇ ਪੜਾਅ ਬਣਾ ਸਕਦਾ ਹੈ। ਇਸ ਲਈ ਸਾਡੇ ਕੋਲ ਇਹ ਹਟਾਇਆ ਗਿਆ ਹਿੱਸਾ ਹੈ, ਜੋ ਹੇਠਾਂ ਵੱਲ ਜਾਂਦਾ ਹੈ, ਅਤੇ ਇਹ ਉਹ ਸਮੱਗਰੀ ਵਾਲਾ ਹਿੱਸਾ ਹੈ ਜਿਸ ਨੂੰ ਅਸੀਂ ਖਿੱਚਣਾ ਚਾਹੁੰਦੇ ਹਾਂ। ਇਸ ਲਈ ਆਓ ਅਸੀਂ ਨਿਰਮਾਣ ਕਰੀਏ ਕਿਉਂਕਿ ਵੱਧ ਤੋਂ ਵੱਧ ਮਾਪ ਜੋ ਅਸੀਂ ਪ੍ਰਾਪਤ ਕਰ ਰਹੇ ਹਾਂ ਉਹ ਇਸ ਦਿਸ਼ਾ ਤੋਂ ਹੈ। ਇਸ ਲਈ ਆਓ ਇਸ ਨੂੰ ਇੱਕ ਸਾਹਮਣੇ ਦੇ ਦ੍ਰਿਸ਼ ਦੀ ਦਿਸ਼ਾ ਵਜੋਂ ਚੁਣੀਏ। ਇਸ ਹਿੱਸੇ ਨੂੰ ਅਸੀਂ ਆਇਤ ਦੇ ਰੂਪ ਵਿੱਚ ਦੇਖਾਂਗੇ। ਇਸ ਲਈ ਜੇਕਰ ਅਸੀਂ ਇਸ ਹਿੱਸੇ ਨੂੰ ਸਾਹਮਣੇ ਵਾਲੇ ਦ੍ਰਿਸ਼ ਲਈ ਖਿੱਚ ਰਹੇ ਹਾਂ, ਤਾਂ ਇਹ ਵੱਧ ਤੋਂ ਵੱਧ ਵਿਆਸ ਵਾਲੇ ਸਿਲੰਡਰ ਨੂੰ ਦਰਸਾਉਂਦਾ ਹੈ। ਇਹ ਹਿੱਸਾ, ਆਓ ਅਸੀਂ ਉਸ ਹਿੱਸੇ ਨੂੰ ਦੇਖੀਏ। ਕਿਉਂਕਿ ਇਹ ਇੱਕ ਸਿਲੰਡਰ ਹੈ, ਸਾਡੇ ਕੋਲ ਹਮੇਸ਼ਾ ਲੰਬੀ ਡੈਸ਼ ਛੋਟੀ ਡੈਸ਼ ਹੁੰਦੀ ਹੈ, ਅਤੇ ਇਸ ਤਰ੍ਹਾਂ। ਹੁਣ ਇਹ ਵੀ ਭਾਗ ਇੱਕ ਪੜਾ ਹੈ, ਜਿਸ ਦਾ ਵਿਆਸ ਘੱਟ ਹੈ, ਅਤੇ ਉਸ ਧੁਰੇ ਦੇ ਦੁਆਲੇ ਸਿਮੈਟ੍ਰਿਕਲੀ ਤੌਰ ਤੇ ਰੱਖਿਆ ਗਿਆ ਹੈ। ਇਸ ਲਈ ਅਸੀਂ ਇਹ ਛੋਟੇ ਹੈ ਜੋ ਅਟੈਚ ਕੀਤੇ ਅਤੇ ਇੱਕ ਨਾਲ ਅਟੈਚ ਕੀਤਾ ਗਿਆ ਹੈ, ਇਸ ਦਾ ਕੋਈ ਮਟੀਰੀਅਲ ਹਟਾ ਦਿੱਤਾ ਗਿਆ ਹੈ। ਸਾਨੂੰ ਕਿਸੇ ਹੋਰ ਰੰਗ ਦੇ ਅੰਦਰੂਨੀ ਰੰਗ ਵਿੱਚ ਇਸਤੇਮਾਲ ਕਰਨ ਦੀ ਇਜਾਜ਼ਤ ਦਿਓ। ਇਸ ਲਈ ਅਸੀਂ ਇਸ ਨੂੰ ਜਿਵੇਂ ਕਿ ਇਸ ਪੂਰੇ ਸਮੱਗਰੀ ਦਾ ਪਤਾ ਲਗਾਇਆ ਗਿਆ ਹੈ, ਅਸੀਂ ਇਸ ਨੂੰ ਡਰਿਲਿੰਗ ਆਪਰੇਸ਼ਨ ਨੂੰ ਹਟਾ ਦੇਵਾਂਗੇ। ਉਦਾਹਰਨ ਲਈ ਇੱਕੋ ਜਿਹੇ ਨਜ਼ਦੀਕੀ ਦ੍ਰਿਸ਼ ਮੌਜੂਦ ਹਨ। ਤੀਜੇ ਦ੍ਰਿਸ਼ ਵਿੱਚ ਵਸਤੂ ਦਾ ਕੋਈ ਮਹੱਤਵਪੂਰਨ ਰੂਪ ਨਹੀਂ ਹੈ, ਅਤੇ ਇਹ ਕੋਈ ਵਾਧੂ ਜਾਣਕਾਰੀ ਪ੍ਰਦਾਨ ਨਹੀਂ ਕਰਦਾ ਹੈ। ਇਸ ਸਥਿਤੀ ਵਿੱਚ ਸਾਨੂੰ ਸਿਰਫ ਦੋ ਦ੍ਰਿਸ਼ਾਂ ਦੀ ਲੋੜ ਹੈ। ਆਓ ਅਸੀਂ ਇਸ ਵਸਤੂ ਨੂੰ ਵੇਖੀਏ। ਇਹ ਇੱਕ ਡਿਸਕ ਕਿਸਮ ਦੀ ਵਸਤੂ ਹੈ ਜਿਸ ਦੇ ਉੱਪਰ ਇੱਕ ਸਿਲੰਡਰ ਜੁੜਿਆ ਹੋਇਆ ਹੈ। ਇਹ ਸਿਲੰਡਰ ਹੈ ਅਤੇ ਇਸ ਵਿੱਚ ਬਹੁਤ ਸਾਰੇ ਛੇਕ ਹਨ। ਇਸ ਵਸਤੂ ਨੂੰ ਅਸੀਂ ਕਲਪਨਾ ਕਰਨਾ ਚਾਹੁੰਦੇ ਹਾਂ। ਇਸ ਲਈ ਆਓ ਅਸੀਂ ਸਾਹਮਣੇ ਦ੍ਰਿਸ਼ ਦੀ ਦਿਸ਼ਾ ਕਰੀਏ। ਕੀ ਇਹ ਵੱਧ ਤੋਂ ਵੱਧ ਜਾਣਕਾਰੀ ਜਿਵੇਂ ਕਿ ਸਿਲੰਡਰ ਦਾ ਵਿਆਸ ਗੋਲਾਕਾਰ ਛੇਕ ਹੈ ਅਤੇ ਇਸ ਤਰ੍ਹਾਂ ਦੀ ਜਾਣਕਾਰੀ ਸਾਨੂੰ ਮਿਲਦੀ ਹੈ, ਤਾਂ ਆਓ ਅਸੀਂ ਉਸ ਨੂੰ ਸਾਹਮਣੇ ਦੇ ਦ੍ਰਿਸ਼ ਵਜੋਂ ਵਰਤੀਏ। ਇਸ ਲਈ ਸਾਡੇ ਕੋਲ ਜੋ ਵੀ ਘੇਰੇ ਹੈ ਉਸ ਨਾਲ ਪਹਿਲਾਂ ਸਾਨੂੰ ਇੱਕ ਚੱਕਰ ਬਣਾਉਣਾ ਪਵੇਗਾ।
ਫਿਰ ਅੰਦਰੂਨੀ ਤੌਰ ਤੇ ਇੱਕ ਹੋਰ ਚੱਕਰ ਹੈ ਅਤੇ ਬਾਹਰ ਵੀ ਇੱਕ ਹੋਰ ਚੱਕਰ ਹੈ। ਇਸ ਲਈ ਅਸੀਂ ਉਹਨਾਂ ਲੋਕਾਂ ਨੂੰ ਛੱਡ ਕੇ ਅਤੇ ਇਹਨਾਂ ਵਿੱਚ ਬਾਰੀ ਦੀ ਇੱਕ ਬਾਹਰੀ ਚਾਦਰਾਂ ਦੀ ਗਿਣਤੀ ਵਿੱਚ ਹਨ। ਇਸ ਲਈ ਸਾਡੇ ਕੋਲ ਲੌਂਗ ਅਤੇ ਸ਼ੋਰਟ ਡੈਸ਼ ਲਾਈਨਸ ਹਨ, ਜਿਨ੍ਹਾਂ ਵਿੱਚ ਉੱਥੇ 4 ਛੇਕ ਹਨ। ਇਸ ਲਈ ਉਹ ਛੇਕ ਇਸ ਨੂੰ ਦਰਸਾਉਂਦੇ ਹਨ। ਕਿਉਂਕਿ ਇਹ ਇੱਕ ਗੋਲਾਕਾਰ ਇੱਕ ਲੰਬੀ ਡੈਸ਼ ਸ਼ਾਰਟ ਡੈਸ਼ ਲੰਬੀ ਡੈਸ਼ ਅਤੇ ਸ਼ਾਰਟ ਡੈਸ਼ ਕਿਸਮ ਦੀ ਨੁਮਾਇੰਦਗੀ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਅਸੀਂ ਸਾਹਮਣੇ ਦ੍ਰਿਸ਼ ਬਣਾਉਂਦੇ ਹਾਂ। ਜਦੋਂ ਤੱਕ ਇਹ ਸਾਰੀਆਂ ਚੀਜ਼ਾਂ ਠੀਕ ਢੰਗ ਨਾਲ ਦੇਖਦੀਆਂ ਹਨ ਤਾਂ ਅਸੀਂ ਇਸ ਸਾਰੀ ਚੀਜ਼ ਨੂੰ ਦੇਖਣ ਲਈ ਦੇਖ ਸਕਦੇ ਹਾਂ। ਅਸੀਂ ਇਸ ਚੀਜ਼ ਨੂੰ ਦੇਖਣ ਲਈ ਰੱਖ ਸਕਦੇ ਹਾਂ। ਇਹ ਪ੍ਰੋਜੈਕਟ ਨੇੜੇ ਹੈ, ਇਸ ਦੀਆਂ ਕਤਾਰਾਂ ਵਿੱਚ ਨਹੀਂ ਰੱਖ ਸਕਦੇ। ਇਸ ਲਈ ਇੱਥੇ ਜੇਕਰ ਅਸੀਂ ਇੱਥੇ ਇੱਕ ਸਪਰਸ਼ ਰੇਖਾ ਬਣਾ ਰਹੇ ਹਾਂ, ਤਾਂ ਅਸੀਂ ਵਸਤੂ ਦ੍ਰਿਸ਼ ਨੂੰ ਇੱਕ ਸਪਰਸ਼ ਰੇਖਾ ਵੀ ਬਣਾ ਰਹੇ ਹਾਂ। ਉਦਾਹਰਨ ਲਈ, ਇਹ ਸਿਖਰ ਦ੍ਰਿਸ਼ ਇਹਨਾਂ ਦੋ ਵਿਆਸ ਰੇਖਾਵਾਂ ਦੁਆਰਾ ਘਿਰਿਆ ਹੋਇਆ ਹੋਵੇਗਾ, ਅਤੇ ਜਦੋਂ ਅਸੀਂ ਇਸ ਨੂੰ ਪੇਸ਼ ਕਰਦੇ ਹਾਂ ਅਤੇ ਇਸ ਨੂੰ ਪੂਰੀ ਤਰ੍ਹਾਂ 90 ਡਿਗਰੀ ਦੁਆਰਾ ਖੋਲ੍ਹਦੇ ਹਾਂ, ਫਿਰ ਇਹ ਵਸਤੂ ਉੱਥੇ ਆਉਂਦੀ ਹੈ। ਸਾਡੇ ਕੋਲ ਇਸ ਤਰ੍ਹਾਂ ਦੇ ਛੇਕ ਹੁੰਦੇ ਹਨ। ਇਹ ਉਹ ਥਾਂ ਹੈ ਜਿੱਥੇ ਛੇਕ ਸਥਿਤ ਹਨ, ਇਸ ਲਈ ਸਾਡੇ ਕੋਲ ਉਹ ਡੈਸ਼ ਲਾਈਨਾਂ ਹਨ। ਇੱਥੇ ਸਾਡੇ ਕੋਲ ਇੱਕ ਹੋਰ ਗੋਲਾ ਹੈ ਤਾਂ ਜੋ ਸਪਸ਼ਟ ਤੌਰ ਤੇ ਇਹ ਦਰਸਾਉਂਦਾ ਹੈ ਕਿ ਸਾਡੇ ਕੋਲ ਡੈਸ਼ ਲਾਈਨਾਂ ਹਨ। ਇਹ ਇੱਕ ਹੋਰ ਮੋਰੀ ਹੈ। ਇਸ ਦੇ ਵੱਖ-ਵੱਖ ਤਰ੍ਹਾਂ ਇੱਕੋ ਜਿਹੇ ਹੋਣ ਲਈ ਇੱਕ ਸੁਰਾਖਾਂ ਨਾਲ ਹੋਣਾ ਚਾਹੀਦਾ ਹੈ ਅਤੇ ਇਹ ਸੁਰਾਖ ਇੱਥੇ ਹੈ। ਅਤੇ ਇੱਕ ਪ੍ਰਤਿਨਿਰਨਰ ਨੂੰ ਇੱਥੇ ਆਉਣ ਲਈ ਅਸੀਂ ਸਾਰੇ ਚੌਕਸ ਲੰਬੇ ਲਾਈਨਾਂ ਵਿੱਚ ਡਿਟਰਨਾਂ ਦਾ ਸਮਾਂ ਹੈ। ਇਸੇ ਤਰ੍ਹਾਂ ਇੱਥੇ ਸਾਹਮਣੇ ਵਾਲਾ ਦ੍ਰਿਸ਼ ਹੈ ਅਤੇ ਇਹ ਸਾਈਡ ਦਾ ਦ੍ਰਿਸ਼ ਹੈ ਜਿਸ ਨੂੰ ਅਸੀਂ ਇਸ ਇੱਕ ਅਤੇ ਉਸ ਦੇ ਵਿਚਕਾਰ ਬੰਨਿਆ ਹੋਇਆ ਸਾਈਡ ਦਾ ਦ੍ਰਿਸ਼ ਬਣਾਉਣਾ ਚਾਹਾਂਗੇ ਤਾਂ ਇੱਥੇ ਪੂਰਾ ਸਾਈਡ ਦਾ ਦ੍ਰਿਸ਼ ਇਹਨਾਂ ਅੰਤਲੀ ਰੇਖਾਵਾਂ ਨਾਲ ਘਿਰਿਆ ਹੋਇਆ ਹੈ। ਇਹਨਾਂ ਲਾਈਨਾਂ ਨੂੰ ਦੁਬਾਰਾ ਕਰਨ ਲਈ ਦੁਬਾਰਾ ਕਰ ਦਿੱਤਾ ਗਿਆ ਹੈ। ਇਸ ਲਈ ਅਸੀਂ ਵੀ ਇੱਕ ਵਾਰ ਫੇਰ ਵੀ SK ਇਕੱਠੇ ਕਰ ਸਕਦੇ ਹਾਂ। ਇੱਥੇ ਇੱਕ ਰੋ ਹੈ। ਇਸ ਲਈ ਜੇਕਰ ਸਾਡੇ ਕੋਲ ਇਹ ਅੰਤਲੀ ਰੇਖਾਵਾਂ ਹਨ ਤਾਂ ਇਹ ਇਹਨਾਂ ਰੇਖਾਵਾਂ ਨਾਲ ਘਿਰਿਆ ਹੋਇਆ ਹੈ ਅਤੇ ਇੱਥੇ ਮੋਰੀ ਕੇਂਦਰ ਹੈ। ਜੇਕਰ ਅਸੀਂ ਸਾਹਮਣੇ ਦਾ ਦ੍ਰਿਸ਼, ਸਾਈਡ ਦਾ ਦ੍ਰਿਸ਼ ਅਤੇ ਸਿਖਰ ਦਾ ਦ੍ਰਿਸ਼ ਨੂੰ ਦੇਖ ਰਹੇ ਹਾਂ ਤਾਂ ਸਿਖਰ ਦਾ ਦ੍ਰਿਸ਼ ਉੱਤੇ ਸਾਈਡ ਦਾ ਦ੍ਰਿਸ਼ ਦੁਹਰਾਇਆ ਜਾ ਰਿਹਾ ਹੈ। ਅਤੇ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਸਾਹਮਣੇ ਦਾ ਦ੍ਰਿਸ਼ ਅਤੇ ਸਾਈਡ ਦੇ ਦ੍ਰਿਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਮਕਸਦ ਬਣਦਾ ਹੈ ਕਿ ਸਾਨੂੰ ਅਸਲ ਵਿੱਚ ਇਸ ਦੀ ਲੋੜ ਨਹੀਂ ਹੈ। ਇਹ ਦੁਹਰਾਓ ਵਰਗਾ ਹੈ, ਇਸ ਲਈ ਸਾਨੂੰ ਅਸਲ ਵਿੱਚ ਇਸ ਕੇਸ ਵਿੱਚ ਚੋਟੀ ਦੇ ਦ੍ਰਿਸ਼ ਦੀ ਲੋੜ ਨਹੀਂ ਹੈ। ਸਾਨੂੰ ਇਸ ਰੂਪ ਵਿੱਚ ਵੱਧ ਤੋਂ ਵੱਧ ਕੀਮਤ ਦਾ ਦੇਖਣ ਲਈ ਸਾਨੂੰ ਇੱਕ ਹੋਰ ਚੀਜ਼ ਦਿਖਣੀ ਚਾਹੀਦੀ ਹੈ। ਇਹ ਘੱਟੋ ਘੱਟ ਇੱਕ ਗਰਾਈਏ ਹੋਏ ਖੁੱਲ੍ਹੇਪਣ ਦੀ ਦਿਸ਼ਾ ਵੱਲ ਹੈ। ਸਾਨੂੰ ਸਾਹਮਣੇ ਦ੍ਰਿਸ਼ ਲਈ ਚੁਣਨਾ ਚਾਹੀਦਾ ਹੈ। ਤਾਂ ਇਹ ਸਾਰੀ ਚੀਜ਼ ਇਸ ਕਿਸਮ ਦੀ ਵਸਤੂ ਬਣ ਜਾਂਦੀ ਹੈ। ਇਹ ਚੱਕਰ ਇਸ ਚੱਕਰ ਨਾਲ ਮੇਲ ਖਾਂਦਾ ਹੈ ਅਤੇ ਇਹ ਕਰਵ ਇਸ ਨਾਲ ਮੇਲ ਖਾਂਦਾ ਹੈ। ਇਹ ਮੋਰੀ ਇਸ
ਨਾਲ ਮੇਲ ਖਾਂਦਾ ਹੈ ਅਤੇ ਇੱਥੇ ਕਿਉਂਕਿ ਇਹ ਇੱਕ ਮੋਰੀ ਹੈ ਅਤੇ ਇਸ ਦਾ ਕੇਂਦਰ ਹੈ, ਇਸ ਲਈ ਅਸੀਂ ਲੰਬੇ ਡੈਸ਼ ਛੋਟੀ ਡੈਸ਼ ਲਾਈਨਾਂ ਦੁਆਰਾ ਦਿਖਾਉਂਦੇ ਹਾਂ। ਅਤੇ ਇੱਥੇ ਸਾਡੇ ਕੋਲ ਇੱਕ ਹੋਰ ਘੇਰਾ ਹੈ। ਇਸ ਲਈ ਇਹ ਦਰਸਾਉਣ ਲਈ ਕਿ ਇੱਕ ਕੇਂਦਰ ਸਾਡੇ ਕੋਲ ਇਹ ਲੰਬੀ ਡੈਸ਼ ਛੋਟੀ ਡੈਸ਼ ਡੈਸ਼ ਲਾਈਨਾਂ ਹਨ। ਇਸ ਤਰ੍ਹਾਂ ਅਸੀਂ ਇੱਕ ਸਾਹਮਣੇ ਦਾ ਦ੍ਰਿਸ਼ ਬਣਾਉਂਦੇ ਹਾਂ। ਆਓ ਅਸੀਂ ਸਿਖਰ ਦੇ ਦ੍ਰਿਸ਼ ਨੂੰ ਵੇਖੀਏ। ਇਹ ਸਾਹਮਣੇ ਦਾ ਦ੍ਰਿਸ਼ ਹੁਣ ਸਿਖਰ ਦਾ ਦ੍ਰਿਸ਼ ਹੈ ਜਦੋਂ ਅਸੀਂ ਇਹਨਾਂ ਲਾਈਨਾਂ ਨੂੰ ਵੇਖ ਰਹੇ ਹੁੰਦੇ ਹਾਂ ਜੋ ਦਿਖਾਈ ਦੇਣ ਵਾਲੀਆਂ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਸਾਡੇ ਕੋਲ ਉਹ ਲਾਈਨਾਂ ਦਿਖਾਈ ਦੇਣਗੀਆਂ। ਇਹ ਪੂਰਾ ਅਰਧ ਚੱਕਰ ਵਾਲਾ ਹਿੱਸਾ ਹੇਠਲੇ ਸਮਤਲ ਉੱਤੇ ਪ੍ਰੋਜੈਕਟ ਕੀਤਾ ਗਿਆ ਹੈ। ਇਸ ਲਈ ਇਹ ਦਰਸਾਉਣ ਲਈ ਕਿ ਸਾਡੇ ਕੋਲ ਇਹ ਡੈਸ਼ ਹਨ ਅਤੇ ਉੱਪਰਲੇ ਦ੍ਰਿਸ਼ ਤੋਂ ਜਦੋਂ ਅਸੀਂ ਇਹ ਦੇਖ ਰਹੇ ਹੁੰਦੇ ਹਾਂ ਕਿ ਅਸੀਂ ਉਹਨਾਂ ਵਕਰਾਂ ਨੂੰ ਦੇਖ ਰਹੇ ਹੋਵਾਂਗੇ ਤਾਂ ਇਹ ਦਰਸਾਉਣ ਲਈ ਸਮੁੱਚੀਆਂ ਰੇਖਾਵਾਂ ਨੂੰ ਇੱਕ ਆਇਤਕਾਰ ਵਾਂਗ ਜਾਪਦਾ ਹੈ। ਇਸ ਲਈ ਅਸੀਂ ਉਹਨਾਂ ਵੀ ਕਰ ਰਹੇ ਹਾਂ। ਅਰਧ ਚੱਕਰ ਦੇ ਸਿਖਰ ਤੇ ਸਮਾਨ ਦਿਖਾਈ ਦਿੰਦਾ ਹੈ। ਇਸ ਨੂੰ ਸਿਖਰ ਤੇ ਦੇਖਣ ਤੋਂ ਬਾਅਦ ਇਹ ਵੀ ਦਿਖਾਈ ਦੇਵੇਗਾ ਅਤੇ ਇਹ ਜ਼ਮੀਨ ਅਤੇ ਇਸ ਵਿੱਚ ਦਿਖਾਈ ਦੇਵੇਗੀ ਜਿਵੇਂ ਕਿ ਇਸ ਦੀ ਬੋਲੀ ਹੈ। ਇਸ ਲਈ ਸਾਡੇ ਕੋਲ ਬਾਕੀ ਬਚੀਆਂ ਸੈਂਟਰ ਲਾਈਨਾਂ ਹੋਣਗੀਆਂ। ਅਸੀਂ ਲੰਬੇ ਡੈਸ਼ ਅਤੇ ਸ਼ਾਰਟ ਡੈਸ਼ ਦੀ ਵਰਤੋਂ ਕਰਾਂਗੇ। ਇਹ ਸਾਹਮਣੇ ਦਾ ਦ੍ਰਿਸ਼ ਦਿਸ਼ਾ ਹੈ। ਆਓ ਅਸੀਂ ਸਾਈਡ ਦੇ ਦ੍ਰਿਸ਼ ਤੋਂ ਦੇਖੀਏ। ਜਦੋਂ ਅਸੀਂ ਸਾਈਡ ਦਾ ਦ੍ਰਿਸ਼ ਦੇਖ ਰਹੇ ਹਾਂ ਤਾਂ ਇਹ ਸਾਰੀ ਚੀਜ਼ ਇੱਕ ਸਧਾਰਨ ਆਇਤਾਕਾਰ ਬਲੋਕ ਬਣ ਜਾਂਦੀ ਹੈ। ਇਸ ਲਈ ਪ੍ਰੋਜੈਕਸ਼ਨ ਉੱਤੇ ਸਧਾਰਨ ਆਇਤਾਕਾਰ ਬਲੋਕ ਜਿਸ ਨੂੰ ਅਸੀਂ ਇੱਥੇ ਪ੍ਰਸਤੁਤ ਕਰ ਰਹੇ ਹਾਂ ਅਤੇ ਮੋਰੀ ਉੱਥੇ ਸ਼ੁਰੂ ਹੁੰਦੀ ਹੈ ਉੱਥੇ ਖਤਮ ਹੁੰਦੀ ਹੈ। ਇਸ ਲਈ ਸਾਡੇ ਕੋਲ ਇੱਥੇ ਡੈਸ਼ ਲਾਈਨਾਂ ਹਨ। ਧੁਰਾ ਉਸ ਵਿੱਚੋਂ ਲੰਘਦਾ ਹੈ। ਇਸ ਲਈ ਸਾਡੇ ਕੋਲ ਉਹ ਲੰਬੀ ਡੈਸ਼ ਛੋਟੀ ਡੈਸ਼ ਲਾਈਨ ਹੈ। ਇੱਥੇ ਛੇਕ ਹਨ। ਜਦੋਂ ਅਸੀਂ ਸਾਈਡ ਵਿਊ ਤੋਂ ਦੇਖ ਰਹੇ ਹਾਂ ਤਾਂ ਇਹ ਲਾਈਨਾਂ ਦਿਖਾਈ ਦੇਣਗੀਆਂ। ਇਸ ਲਈ ਸਾਡੇ ਕੋਲ ਇਹ ਡੈਸ਼ ਲਾਈਨਾਂ ਹਨ ਅਤੇ ਇੱਕ ਧੁਰੀ ਰੇਖਾ ਉਸ ਮੋਰੀ ਵਿੱਚੋਂ ਲੰਘਦੀ ਹੈ। ਇਸ ਲਈ ਸਾਡੇ ਕੋਲ ਉਹ ਲੰਬੀ ਡੈਸ਼ ਛੋਟੀ ਡੈਸ਼ ਲਾਈਨ ਹੈ ਜੋ ਦਰਸਾਉਂਦੀ ਹੈ ਕਿ ਇਹ ਸਾਹਮਣੇ ਵਾਲਾ ਦ੍ਰਿਸ਼ ਹੈ। ਇਹ ਚੋਟੀ ਦਾ ਦ੍ਰਿਸ਼ ਹੈ ਅਤੇ ਇਹ ਬੋਕਸ ਵਿਧੀ ਦੀ ਵਰਤੋਂ ਕਰਦੇ ਹੋਏ ਬੋਕਸ ਦਾ ਸਾਈਡ ਦਾ ਦ੍ਰਿਸ਼ ਹੈ। ਆਓ ਹੁਣ ਵਸਤੂ ਤੋਂ ਹਰ ਸਮੇਂ ਦ੍ਰਿਸ਼ਟੀਕੋਣ ਤੋਂ ਇੱਕ ਵਸਤੂ ਦਾ ਅਨੁਮਾਨ ਲਗਾਉਂਦੇ ਹਾਂ। ਅਸੀਂ ਇਹ ਕਲਪਨਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉੱਥੋਂ ਅਧਿਕਤਮ ਆਕਾਰ ਦਾ ਅਧਿਕਤਮ ਮਾਪ ਕੀ ਹੈ। ਆਓ ਅਸੀਂ ਸਾਹਮਣੇ ਦ੍ਰਿਸ਼ ਨੂੰ ਇਸ ਤੋਂ ਅਨੁਮਾਨ ਬਣਾਉਣ ਦੀ ਕੋਸ਼ਿਸ਼ ਕਰੀਏ ਅਤੇ ਇਸ ਨੂੰ ਦਰਸਾਉਂਦੇ ਹਾਂ ਅਤੇ ਤਸਵੀਰ ਨੂੰ ਜੋੜਦੇ ਹਾਂ। ਕੀ ਹੁਣ ਅਸੀਂ ਦਿੱਤੇ ਵਿਚਾਰਾਂ ਤੋਂ ਵਸਤੂ ਦੀ ਕਲਪਨਾ ਕਰ ਸਕਦੇ ਹਾਂ? ਇਹ ਉਹ ਅਭਿਆਸ ਹੈ ਜਿਸ ਦਾ ਤੁਹਾਨੂੰ ਨਿਯਮਿਤ ਤੌਰ ਤੇ ਅਭਿਆਸ ਕਰਨਾ ਚਾਹੀਦਾ ਹੈ। ਇਸ ਲਈ ਇਹ ਦਿੱਤੇ ਗਏ ਵਿਊ ਹਨ। ਜੇਕਰ ਇਹ ਬੋਕਸ ਵਿਧੀ ਹੈ ਤਾਂ ਸਾਹਮਣੇ ਦਾ ਦ੍ਰਿਸ਼ ਕਿੱਥੇ ਹੈ? ਕਿ ਤਿੰਨਾਂ ਦ੍ਰਿਸ਼ਾਂ ਵਿੱਚੋਂ ਸਭ ਤੋਂ ਪਹਿਲਾਂ ਕਿੰਨੇ ਵਿਊ ਹਨ? ਬੋਕਸ ਵਿਧੀ ਦੀ ਵਰਤੋਂ ਕਰਕੇ ਹੇਠਾਂ ਇੱਕ ਹਮੇਸ਼ਾ ਸਾਹਮਣੇ ਵਾਲਾ ਦ੍ਰਿਸ਼ ਹੁੰਦਾ ਹੈ ਅਤੇ ਇਹ ਉੱਪਰਲਾ ਦ੍ਰਿਸ਼ ਹੁੰਦਾ ਹੈ ਅਤੇ ਇਹ ਸਾਈਡ ਦਾ ਦ੍ਰਿਸ਼ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਵਸਤੂ ਜੋ ਵੀ ਹੋ ਸਕਦੀ ਹੈ ਜੇਕਰ ਸਾਡੇ ਕੋਲ ਇੱਕ ਬੋਕਸ ਵਰਗੀ ਕੋਈ ਚੀਜ਼ ਹੈ। ਇੱਕ ਸਾਹਮਣੇ ਦਾ ਦ੍ਰਿਸ਼ ਦੁਆਰਾ ਸਮਰਥਿਤ ਇੱਕ ਪਾਸੇ ਦੇ ਦ੍ਰਿਸ਼ ਦੁਆਰਾ ਸਮਰਥਿਤ। ਇਸ ਲਈ ਕਰੋ ਕਿ ਅਸੀਂ ਇਸ ਨੂੰ ਫਲਿਪ ਕਰਨ ਵਿੱਚ ਜਾਣ ਲਈ ਜਾ ਰਹੇ ਹਾਂ। ਇਹਨਾਂ ਆਦਮੀਆਂ ਤੋਂ ਵੱਧ ਫਾਈਲ ਕਰਨ ਲਈ ਅਸੀਂ ਇਸ ਨੂੰ ਫਲਿਪ ਕਰਨ ਵਿੱਚ ਮਦਦ ਕਰ ਰਹੇ ਹਾਂ। ਇਸ ਲਈ ਅਸੀਂ ਇਹ ਕੰਮ ਇਸ ਕੰਮ ਵਿੱਚ ਕਰਦੇ ਹਾਂ। ਇਸ ਲਈ ਆਓ ਅਸੀਂ ਉਹਨਾਂ ਨੂੰ ਧਿਆਨ ਨਾਲ ਵੇਖੀਏ। ਕੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਵਸਤੂ ਦੇ ਸਾਹਮਣੇ ਦਾ ਦ੍ਰਿਸ਼ ਕੁਝ ਅਜਿਹਾ ਹੈ ਤਾਂ ਕਿ ਜਿੱਥੇ ਵੀ ਲਗਾਤਾਰ ਲਾਈਨਾਂ ਹੁੰਦੀਆਂ ਹਨ ਉੱਥੇ ਅਜਿਹਾ ਲੱਗਦਾ ਹੈ ਜਿਵੇਂ ਕਿ ਕੋਈ ਵਸਤੂ ਜਿਵੇਂ ਕਿ ਪ੍ਰੋਟਰੂਸ਼ਨ ਜਾਂ ਸ਼ਾਇਦ ਡਿਪਰੈਸ਼ਨ ਪਾਇਆ ਜਾ ਸਕਦਾ ਹੈ।
ਉਦਾਹਰਨ ਲਈ ਇਹ ਕੁਝ ਸਟੈਪ ਵਰਗਾ ਹੋਵੇਗਾ ਅਤੇ ਇੱਥੇ ਕੋਈ ਵੀ ਸਮੱਗਰੀ ਨਹੀਂ ਹੈ, ਕਿਉਂਕਿ ਇਹ ਲਗਾਤਾਰ ਦਾ ਹਿੱਸਾ ਨਹੀਂ ਹੈ। ਦੀ ਇੱਕ ਕਦਮ ਦਾ ਕੋਈ ਕਾਰਨ ਨਹੀਂ। ਦਾ ਮਟੀਰੀਅਲ ਦੇ ਲਈ 2 ਦਾ ਕੋਈ ਵੀ ਨੁਕਸ ਨਹੀਂ ਹੈ। ਅਜਿਹਾ ਲੱਗਦਾ ਹੈ ਕਿ ਇੱਕ ਵਾਰ ਹੁੰਦਾ ਹੈ ਜੋ ਕਿ ਦਾ ਰਾਹ ਹੈ, ਕੁਝ ਦਾ ਰਾਹ ਸਹੀ ਹੁੰਦਾ ਹੈ ਅਤੇ ਸਾਹਮਣੇ ਦ੍ਰਿਸ਼ ਵਿੱਚ ਡੈਸ਼ ਲਾਈਨਾਂ ਹਨ। 2 ਸਮਾਨਾਂਤਰ ਡੈਸ਼ ਲਾਈਨਾਂ ਹਨ। ਸ਼ਾਇਦ ਇਹ ਇੱਕ ਗੋਲ ਮੋਰੀ ਕਿਸਮ ਦੀ ਚੀਜ਼ ਹੋ ਸਕਦੀ ਹੈ, ਦੁਬਾਰਾ ਇੱਕ ਕਦਮ ਵਰਗੀ ਚੀਜ਼ ਹੈ। ਇਸ ਲਈ ਇੱਥੇ ਸਾਡੇ ਕੋਲ ਕੁਝ ਸਿਲੰਡਰ ਮੋਰੀ ਹੋ ਸਕਦਾ ਹੈ। ਇੱਥੇ ਸਾਨੂੰ ਇੱਕ ਸਟੈਪ ਵਰਗੀ ਕੋਈ ਚੀਜ਼ ਦੇਖਣੀ ਪਵੇਗੀ ਅਤੇ ਇਸ ਵਿੱਚ 2 ਲੱਤਾਂ ਦੀ ਕਿਸਮ ਦੀ ਚੀਜ਼ ਹੈ। ਕਿਉਂਕਿ ਇਹ ਤੁਰਾਵੀ ਉੱਥੇ ਡੈਸ਼ ਹੈ, ਭਾਵ ਸਪਸ਼ਟ ਹੈ ਕਿ ਇੱਥੇ ਇੱਕ ਸਿਲੰਡਰ ਹੋਣਾ ਚਾਹੀਦਾ ਹੈ। ਜੇ ਅਸੀਂ ਚੀਜ਼ ਵਿੱਚੋਂ ਬਾਹਰ ਆ ਰਹੀ ਹੈ ਤਾਂ ਅਸੀਂ ਇਸ ਚੀਜ਼ ਨੂੰ ਪੂਰਬ ਦੇ ਸਾਹਮਣੇ ਵਾਲੇ ਪਾਸੇ ਦੀ ਦੇਖ ਸਕਦੇ ਹਾਂ। ਇਸ ਤਰ੍ਹਾਂ ਨਾਲ ਦੀਆਂ ਲੱਤਾਂ ਤੋਂ ਵੱਧ ਲੰਮੀਆਂ ਹੈ। ਦੇ ਇੱਕ ਤਰ੍ਹਾਂ ਦਾ ਹੈ ਅਸੀਂ ਵਿੱਚ ਆ ਰਹੇ ਹਾਂ। ਅਸੀਂ ਇੱਕ ਕਿਸਮ ਵਿੱਚ ਆ ਰਹੇ ਹਾਂ। ਅਸੀਂ ਇੱਕ ਕਿਸਮ ਦੇ ਅਤੇ ਆਹਲਣੇ ਬਣਾਉਂਦੇ ਹਾਂ, ਪਰ ਅਸੀਂ ਇੱਥੇ ਦੀ ਤਰ੍ਹਾਂ ਦੇ ਹੋਣਗੇ ਜਿਵੇਂ ਕੋਈ ਵੀ ਚੀਜ਼ ਨਹੀਂ ਹੈ। ਸੰਭਵ ਤੌਰ ਤੇ ਦੁਬਾਰਾ ਇਸ ਤਰੀਕੇ ਨਾਲ ਇੱਕ ਕਦਮ ਕਿਸਮ ਦੀ ਚੀਜ਼ ਜਾਂਦੀ ਹੈ ਅਤੇ ਇਸ ਸਮੱਗਰੀ ਨੂੰ ਲੰਬਕਾਰੀ ਕੱਟ ਵਿੱਚ ਸਾਰੇ ਤਰੀਕੇ ਨਾਲ ਹਟਾ ਦਿੱਤਾ ਜਾਂਦਾ ਹੈ। ਸੋਚੇ ਪ੍ਰਤੀ ਇਹ ਰਾਹ ਹੈ ਕਿ ਉਹ ਇੱਕ ਰਾਹ ਤੇ ਜਾ ਰਿਹਾ ਹੈ ਅਤੇ ਅਸੀਂ ਸਾਰੇ ਕਿਸਮ ਦੇ ਨੂੰ ਕਰਨ ਲਈ ਕੁਝ ਵੀ ਨਹੀਂ ਵੇਖ ਸਕਦੇ। 2 ਲੱਤਾਂ ਦੀਆਂ ਲੱਤਾਂ ਕੱਟ ਦੇ ਨਾਲ ਇਸ ਭਾਗ ਨੂੰ ਦ੍ਰਿਸ਼ਟਮਾਨ ਕਰਨ ਲਈ ਕਿਉਂਕਿ ਮੰਨ ਲਓ ਕਿ ਇਹ ਸਾਹਮਣੇ ਦੇ ਦ੍ਰਿਸ਼ ਦੀ ਦਿਸ਼ਾ ਵਿੱਚ ਹੋਣਾ ਚਾਹੀਦਾ ਹੈ। ਜੇਕਰ ਅਸੀਂ ਇਹ ਦੇਖ ਰਹੇ ਹਾਂ ਕਿ ਅਸੀਂ ਇੱਥੇ ਇਹਨਾਂ ਲੱਤਾਂ ਨੂੰ ਵੇਖਣਾ ਚਾਹੁੰਦੇ ਹਾਂ ਅਤੇ ਇਸ ਤੇ ਅਚਾਨਕ ਵਾਧਾ ਹੁੰਦਾ ਹੈ ਅਤੇ ਇਹ ਇਸ ਸਥਾਨ ਤੇ ਮਿਲਦਾ ਹੈ, ਉਸ ਤੋਂ ਬਾਅਦ ਅਜਿਹਾ ਲੱਗਦਾ ਹੈ ਕਿ ਇੱਥੇ ਇੱਕ ਸਿਲੰਡਰ ਕਿਸਮ ਦੀ ਵਸਤੂ ਵਰਗੀ ਕੋਈ ਚੀਜ਼ ਹੋ ਸਕਦੀ ਹੈ ਜਿਸ ਨੂੰ ਅਸੀਂ ਦੇਖਣ ਜਾ ਰਹੇ ਹਾਂ ਅਤੇ ਇਹ ਸਿਲੰਡਰ ਮੋਰੀ ਸੰਭਵ ਤੌਰ ਤੇ ਇਸ ਨੂੰ ਉੱਥੇ ਬਣਾਇਆ ਗਿਆ ਹੋਵੇਗਾ। ਇਸ ਲਈ ਸੰਭਵ ਤੌਰ ਤੇ ਜੇਕਰ ਅਸੀਂ ਇੱਥੇ ਦੇਖ ਰਹੇ ਹਾਂ ਤਾਂ ਹੋ ਸਕਦਾ ਹੈ ਕਿ ਇੱਕ ਮੋਰੀ ਵਰਗੀ ਕੋਈ ਚੀਜ਼ ਹੋਵੇ। ਅਸੀਂ ਸ਼ਾਇਦ ਇਹ ਦੇਖਣ ਜਾ ਰਹੇ ਹਾਂ ਕਿ ਕੀ ਇਹ ਇੱਕ ਮੋਰੀ ਹੈ, ਇਸ ਲਈ ਇਹ ਸਿਲੰਡਰ ਵਾਲੀ ਚੀਜ਼ ਹੋਣੀ ਚਾਹੀਦੀ ਹੈ ਅਤੇ ਅਜਿਹਾ ਲੱਗਦਾ ਹੈ ਕਿ ਇਸ ਦਿਸ਼ਾ ਵਿੱਚ ਇੱਕ ਕਦਮ ਲੰਘ ਰਿਹਾ ਹੈ। ਇਸ ਤਰੀਕੇ ਨਾਲ ਅਸੀਂ ਸਾਹਮਣੇ ਦੇ ਦ੍ਰਿਸ਼ ਤੋਂ ਅਨੁਮਾਨ ਲਗਾ ਸਕਦੇ ਹਾਂ। ਸਾਨੂੰ ਦੇ ਸਿਖਰ ਤੇ ਨਜ਼ਰ ਆਉਣ ਦਿਓ, ਇਹ ਘੜੀ ਆ ਗਿਆ ਹੈ ਕਿ ਅਸੀਂ ਇਸ ਗੱਲ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਇੱਥੇ ਤੋਂ ਵੀ ਦੇਖ ਰਹੇ ਹਾਂ। ਅਸੀਂ ਇਸ ਸਿਖਰ ਤੇ ਦੇਖਣ ਲਈ ਇਸ ਨੂੰ ਦੇਖਣ ਦੀ ਕੋਸ਼ਿਸ਼ ਕਰੀਏ। ਇਹ ਲੱਗਦਾ ਹੈ ਕਿ ਦੀ ਦਿਸ਼ਾ ਨਿਰਦੇਸ਼ ਜੇਕਰ ਅਸੀਂ ਕੁਝ ਵੀ ਵੇਖ ਸਕਦੇ ਹਾਂ ਤਾਂ ਅਸੀਂ ਦੇਖ ਸਕਦੇ ਹਾਂ ਇਹ ਦਿਸ਼ਾ। ਇਸ ਬੰਦ ਦਾ ਪਤਾ ਲਗਾਉਣ ਲਈ ਇਹ ਸਮਾਨ ਨਹੀਂ ਹੈ। ਇਸ ਨੂੰ ਅਗਲੇ ਦੇਖੋ ਅਗਲੇ ਤੇ ਨੂੰ ਦੇਖਣ ਦੇ ਨਾਲ ਕੰਮ ਨਹੀਂ ਕਰ ਸਕਦੇ। ਇਹ ਇਸ ਵਿੱਚ ਨਿਗਰਾਨੀ ਕਰ ਸਕਦੀ ਹੈ। ਅਸੀਂ ਵੀ ਇਸ ਤਰ੍ਹਾਂ ਚੱਲ ਰਹੇ ਹਾਂ। ਜੇ ਅਸੀਂ ਇਸ ਨੂੰ ਬਲੌਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਇਹ ਉਹੀ ਹੈ ਜੋ ਸਾਨੂੰ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਇਸ ਨੂੰ ਦਿਸ਼ਾ ਵੱਲ ਦੇਖਣ ਲਈ ਅਸੀਂ ਇਸ ਨੂੰ ਬੰਦ ਕਰਕੇ ਸਾਹਮਣੇ ਇੱਕ ਕਦਮ ਦੀ ਦਿਸ਼ਾ ਵੱਲ ਧਿਆਨ ਦੇਵਾਂਗੇ। ਅਸੀਂ
ਦਿਸ਼ਾ ਤੋਂ ਲੈ ਕੇ ਦੇਖਣ ਦੇ ਯੋਗ ਹੋਵਾਂਗੇ ਇੱਕ ਕਿਸਮ ਦੀ ਨੂੰ ਦੇਖਣ ਦੇ ਯੋਗ ਹੋ ਸਕਦੀ ਹੈ। ਇਹ ਇਸ ਸਲਾਟ ਨੂੰ ਇੱਥੇ ਸਲਾਟ ਬਣਾਉਣਾ ਹੈ ਜੋ ਅਸੀਂ ਇੱਥੇ ਦੇਖਣ ਜਾ ਰਹੇ ਹਾਂ। ਪਰ ਉੱਪਰਲੇ ਦ੍ਰਿਸ਼ ਤੇ ਅਸੀਂ ਇੱਕ ਚੱਕਰ ਵਰਗਾ ਕੁਝ ਦੇਖ ਰਹੇ ਹਾਂ, ਜਿਸ ਦਾ ਮਤਲਬ ਹੈ ਕਿ ਉਸ ਦਿਸ਼ਾ ਵਿੱਚ ਚੱਕਰ ਵਰਗਾ ਕੁਝ ਹੋਣਾ ਚਾਹੀਦਾ ਹੈ, ਪਰ ਉਸ ਦਿਸ਼ਾ ਵਿੱਚ ਨਹੀਂ। ਜਦੋਂ ਅਸੀਂ ਇੱਥੇ ਆਏ ਹਾਂ ਤਾਂ ਅਸੀਂ ਇੱਥੇ ਨਜ਼ਰ ਨਹੀਂ ਲੱਭ ਸਕਦੇ। ਅਸੀਂ ਇਸ ਤਰ੍ਹਾਂ ਦੀ ਦਿਸ਼ਾ ਵਿੱਚ ਕੁਝ ਵੀ ਨਹੀਂ ਦੇਖ ਸਕਦੇ। ਅਸੀਂ ਇਸ ਤਰ੍ਹਾਂ ਦੀ ਦਿਸ਼ਾ ਵਿੱਚ ਨਹੀਂ ਦੇਖੀ, ਪਰ ਅਸੀਂ ਉੱਥੇ ਹੀ ਇੱਕ ਪ੍ਰੋਵੀਅਸ ਵਿੱਚ ਆਏ ਹਾਂ, ਪਰ ਅਸੀਂ ਇਸ ਰਾਹ ਵਿੱਚ ਜਾਣ ਦੀ ਦਿਸ਼ਾਵਾਂ ਵਿੱਚ ਨਹੀਂ ਆਏ। ਇਸ ਲਈ ਇਹਨਾਂ ਕਾਰਨਾਂ ਕਰਕੇ ਆਓ ਅਸੀਂ ਵਸਤੂ ਨੂੰ ਪੂਰੀ ਤਰ੍ਹਾਂ ਵੇਖੀਏ ਕਿ ਸਾਹਮਣੇ ਵਾਲਾ ਦ੍ਰਿਸ਼ ਜਿਸ ਵਿੱਚ ਇਸ ਕੋਲ ਇੱਕ ਕਦਮ ਹੈ ਅਤੇ ਇਹ ਇੱਕ ਜਾਂਦਾ ਹੈ, ਦੁਬਾਰਾ ਮੇਲ ਖਾਂਦਾ ਹੈ, ਉੱਥੇ ਇੱਕ ਕੱਟ ਹੁੰਦਾ ਹੈ ਅਤੇ ਜਾਂਦਾ ਹੈ। ਇਸ ਲਈ ਉੱਥੇ ਇੱਕ ਕੱਟ ਅਤੇ ਜਾਂਦਾ ਹੈ, ਅਤੇ ਇੱਕ ਬਲੋਕ ਹੈ ਜੋ ਉਸ ਦਿਸ਼ਾ ਵਿੱਚ ਹਟਾ ਦਿੱਤਾ ਜਾਂਦਾ ਹੈ। ਇਸ ਲਈ ਉਹ ਬਲੋਕ ਹੈ ਜੋ ਦੁਬਾਰਾ ਹਟਾ ਦਿੱਤਾ ਗਿਆ ਹੈ। ਇੱਕ ਟੇਪਰਡ ਹੈ ਜੋ ਉਸ ਸਮਤਲ ਵਿੱਚ ਜਾਂਦਾ ਹੈ। ਇਸ ਲਈ ਇਸ ਨੂੰ ਅਗਲੇ ਪਾਸੇ ਦੇਖਣ ਦੀ ਲੋੜ ਹੈ ਤਾਂ ਕਿ ਅਸੀਂ ਇਸ ਨੂੰ ਸਾਡੇ ਕਰਨ ਲਈ ਬਹੁਤ ਆਸਾਨ ਹੈ, ਜਿਵੇਂ ਕਿ ਤਿਆਰ ਹੋਏ ਇੱਕ ਹੈ ਜਿਸ ਤੇ ਇਸ ਵਾਧੂ ਹਿੱਸਾ ਹੈ। ਇਸ ਲਈ ਇੱਕ ਵਾਰ ਸਾਹਮਣੇ ਦਾ ਦ੍ਰਿਸ਼ ਸਾਫ਼ ਹੋਣ ਤੋਂ ਬਾਅਦ ਚੋਟੀ ਦੇ ਦ੍ਰਿਸ਼ ਨੂੰ ਉਸ ਸਥਾਨ ਤੇ ਚੱਕਰ ਬਣਾਉਣ ਲਈ ਮੰਨ ਲਓ। ਇਸ ਲਈ ਚੋਟੀ ਦੇ ਦ੍ਰਿਸ਼ ਨੂੰ ਇੱਥੋਂ ਉਸ ਸਥਾਨ ਤੇ ਇੱਕ ਗੋਲਾਕਾਰ ਮੋਰੀ ਬਣਾਉਣਾ ਚਾਹੀਦਾ ਹੈ ਅਤੇ ਇਹ ਕੱਟ ਸਾਰੇ ਤਰੀਕੇ ਨਾਲ ਜਾਣਾ ਚਾਹੀਦਾ ਹੈ। ਇਸ ਲਈ ਜਦੋਂ ਅਸੀਂ ਇਹ ਦੇਖ ਰਹੇ ਹਾਂ ਕਿ ਕੱਟ ਨੂੰ ਸਾਰੇ ਤਰੀਕੇ ਨਾਲ ਹੇਠਾਂ ਜਾਣਾ ਚਾਹੀਦਾ ਹੈ, ਤਾਂ ਕਿ ਅਸੀਂ ਅਤੇ ਇਹ ਇੱਕ ਬੰਦ ਹੈ। ਇਸ ਲਈ ਹੇਠਾਂ ਇੱਕ ਹੋਣਾ ਚਾਹੀਦਾ ਹੈ, ਇਹ ਇਸ ਤਰੀਕੇ ਨਾਲ ਇੱਕ ਬੰਦ ਹੋਣਾ ਚਾਹੀਦਾ ਹੈ। ਜਦੋਂ ਅਸੀਂ ਸਾਈਡ ਦੇ ਦ੍ਰਿਸ਼ ਤੋਂ ਦੇਖ ਰਹੇ ਹੁੰਦੇ ਹਾਂ ਤਾਂ ਸਾਡੇ ਕੋਲ ਇਹ ਖੁੱਲੀ ਚੀਜ਼ ਹੁੰਦੀ ਹੈ ਅਤੇ ਇੱਕ ਬੰਦ ਹੁੰਦੀ ਹੈ ਤਾਂ ਜੋ ਇਹ ਹਿੱਸੇ ਹੋਣਗੇ। ਅਤੇ ਇੱਕ ਟੇਪਰਡ ਇੱਕ ਛੋਟਾ ਆਇਤਕਾਰ ਹੈ ਜੋ ਅਸੀਂ ਉੱਥੇ ਦੇਖਣ ਜਾ ਰਹੇ ਹਾਂ। ਇਸ ਲਈ ਟੇਪਰਡ ਇੱਕ ਛੋਟਾ ਆਇਤਕਾਰ ਇਹ ਹੈ ਕਿ ਅਸੀਂ 4 ਕੋਨਿਆਂ ਤੇ ਵਿਆਖਿਆ ਕਰਨੀ ਹੈ ਅਤੇ ਇਸ ਡੈਸ਼ ਲਾਈਨਾਂ ਵਾਲਾ ਇੱਕ ਗੋਲ ਛੇਕ ਹੈ। ਇਸ ਲਈ ਸਿਰਫ ਇੱਕ ਸਾਹਮਣੇ ਦਾ ਦ੍ਰਿਸ਼ ਸਾਈਡ ਦੇ ਦ੍ਰਿਸ਼ ਨੂੰ ਦੇਖਦੇ ਹੋਏ ਅਸੀਂ ਸਭ ਤੋਂ ਪਹਿਲਾਂ ਇਹ ਪ੍ਰਾਪਤ ਕਰਨ ਦੀ ਸਥਿਤੀ ਵਿੱਚ ਨਹੀਂ ਹੋਵਾਂਗੇ ਕਿ ਸਾਨੂੰ ਇਹ ਕਲਪਨਾ ਕਰਨੀ ਪਵੇਗੀ ਕਿ ਫਰੰਟ ਵਿਊ ਕੀ ਹੈ। ਅਸੀਂ ਵਾਜਬ ਤੌਰ ਤੇ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਹ ਚੋਟੀ ਦੇ ਦ੍ਰਿਸ਼ ਨਾਲ ਮੇਲ ਖਾਂਦਾ ਹੈ। ਇਸ ਦੇ ਨਾਲ ਹੀ ਕਿ ਇਹ ਸਾਈਡ ਵਿਊ ਨਾਲ ਮੇਲ ਖਾਂਦਾ ਹੈ ਕਿ ਇਸ ਤਰ੍ਹਾਂ ਦੇ 3D ਵਸਤੂ ਨੂੰ ਦ੍ਰਿਸ਼ਟੀਗਤ ਰੂਪ ਵਿੱਚ ਬਣਾਉਣ ਲਈ ਇਹਨਾਂ ਅੱਗੇ ਅਤੇ ਪਿੱਛੇ ਦੁਹਰਾਓ ਕਰਨ ਲਈ ਇੱਕ ਹਿੱਸਾ ਹੋਣਾ ਚਾਹੀਦਾ ਹੈ। ਇਸ ਲਈ ਦ੍ਰਿਸ਼ਾਂ ਨੂੰ ਦੇਖਦੇ ਹੋਏ ਵੀ ਅਸਲ ਵਿੱਚ ਅਭਿਆਸ ਕਰਨਾ ਚਾਹੀਦਾ ਹੈ ਕਿ ਵਸਤੂ ਅਸਲ ਵਿੱਚ ਆਈਸੋਮੈਟ੍ਰਿਕ ਤਰੀਕੇ ਨਾਲ ਕਿਵੇਂ ਦਿਖਾਈ ਦਿੰਦੀ ਹੈ। ਧੰਨਵਾਦ।